ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਦੁਆਵਾਂ ਅਤੇ ਬਦਦੁਆਵਾਂ ਕੀ ਹੁੰਦੀਆਂ ਹਨ। ਕੀ ਕੋਈ ਦੁਆਵਾਂ ਅਤੇ ਬਦਦੁਆਵਾਂ ਅਸਲ ਵਿੱਚ ਕੰਮ ਕਰਦੀਆਂ ਹਨ? ਜੇਕਰ ਦੁਆਵਾਂ ਅਤੇ ਬਦਦੁਆਵਾਂ ਕੰਮ ਕਰਦੀਆਂ ਹਨ ਤਾਂ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਕੀ ਹੈ? ਚਲੋ ਫਿਰ ਅੱਜ ਇਹਨਾਂ ਦੇ ਪਿੱਛੇ ਦੀ ਸਾਇੰਸ ਬਾਰੇ ਹੀ ਪਤਾ ਕਰਦੇ ਹਾਂ। ਸੰਗਤ ਜੀ, ਦਰਅਸਲ ਦੁਆਵਾਂ ਅਤੇ ਬਦਦੁਆਵਾਂ ਤੁਸੀਂ ਚਾਹ ਕੇ ਵੀ ਨਾ ਕਿਸੇ ਨੂੰ ਦੇ ਸਕਦੇ ਹੋ ਨਾ ਲੈ ਸਕਦੇ ਹੋ। ਇਹ ਕੁਦਰਤ ਵੱਲੋਂ ਬਣਾਇਆ ਗਿਆ ਇੱਕ ਆਟੋਮੈਟਿਕ ਸਿਸਟਮ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਲਈ ਕੁਝ ਗਲਤ ਬੋਲਦੇ ਹੋ ਜਾਂ ਬਦਦੁਆਵਾਂ ਦਿੰਦੇ ਹੋ ਉਦੋਂ ਕੁਝ ਇਸ ਤਰ੍ਹਾਂ ਦੇ ਹਾਲਾਤ ਤੁਹਾਡੇ ਲਈ ਪੈਦਾ ਹੋ ਜਾਂਦੇ ਹਨ। ਮਤਲਬ ਤੁਹਾਨੂੰ ਕਿਸੇ ਵੱਲੋਂ ਦੁੱਖ ਮਿਲਦਾ ਹੈ, ਉਦੋਂ ਤੁਸੀਂ ਆਟੋਮੈਟਿਕਲੀ ਤੁਸੀਂ ਉਸ ਦੇ ਬਾਰੇ ਗਲਤ ਹੀ ਸੋਚੋਗੇ। ਤੁਸੀਂ ਚਾਹ ਕੇ ਵੀ ਉਸਦਾ ਚੰਗਾ ਨਹੀਂ ਸੋਚ ਸਕੋਗੇ। ਫਿਰ ਇਸ ਬੁਰੀ ਸੋਚਣੀ ਨੂੰ ਹੀ ਬਦਦੁਆ ਕਹਿੰਦੇ ਹਨ। ਠੀਕ ਇਸੇ ਤਰ੍ਹਾਂ ਹੀ ਦੁਆਵਾਂ ਕੰਮ ਕਰਦੀਆਂ ਹਨ। ਜੇਕਰ ਤੁਹਾਡੇ ਨਾਲ ਕੋਈ ਚੰਗਾ ਕੰਮ ਕਰਦਾ ਹੈ ਉਦੋਂ ਤੁਸੀਂ ਉਸ ਲਈ ਪੋਜ਼ਿਟਿਵ ਸੋਚਦੇ ਹੋ, ਫਿਰ ਇਹ ਹੀ ਦੁਆਵਾਂ ਹੋ ਗਈਆਂ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਦੁਆਵਾਂ ਅਤੇ ਬਦਦੁਆਵਾਂ ਸਿਰਫ ਮੂੰਹੋਂ ਬੋਲੇ ਗਏ ਸ਼ਬਦਾਂ ਨਾਲ ਹੀ ਮਿਲਣ। ਇਹ ਇੱਕ ਵਾਈਬ੍ਰੇਸ਼ਨ ਸੂਖਮ ਤਰੰਗਾਂ ਰਾਹੀਂ ਤੁਹਾਡੇ ਸਰੀਰ ਵਿੱਚੋਂ ਨਿਕਲਦੀਆਂ ਹਨ ਅਤੇ ਇਹ ਫਿਰ ਕੁਦਰਤ ਤੱਕ ਪਹੁੰਚਦੀਆਂ ਹਨ। ਕੁਦਰਤ ਉਸ ਵਾਈਬ੍ਰੇਸ਼ਨ ਨੂੰ ਰਿਸੀਵ ਕਰਨ ਤੋਂ ਬਾਅਦ ਆਪਣੇ ਸਮੇਂ ਅਨੁਸਾਰ ਉਸ ਦਾ ਫਲ ਦਿੰਦੀ ਹੈ। ਕਦੀ-ਕਦੀ ਇਸ ਵਿੱਚ ਸਮਾਂ ਵੀ ਲੱਗ ਜਾਂਦਾ ਹੈ, ਕਦੀ-ਕਦੀ ਥੋੜ੍ਹਾ ਸਮਾਂ ਲੱਗਦਾ ਹੈ, ਪਰ ਤੁਹਾਡੇ ਅੰਦਰੋਂ ਵਿਚਾਰਾਂ ਰਾਹੀਂ ਨਿਕਲੀਆਂ ਤਰੰਗਾਂ ਵਾਈਬ੍ਰੇਸ਼ਨਸ ਕੁਦਰਤ ਤੱਕ ਜਾਣ ਤੋਂ ਬਾਅਦ ਵਾਪਸ ਜ਼ਰੂਰ ਆਉਂਦੀਆਂ ਹਨ। ਠੀਕ ਐਦਾਂ ਹੀ ਜਦ ਤੁਹਾਨੂੰ ਕਿਸੇ ਰਾਹੀਂ ਖੁਸ਼ੀ ਮਿਲਦੀ ਹੈ ਉਦੋਂ ਤੁਸੀਂ ਖੁਸ਼ ਹੋ ਕੇ ਆਪਣੇ ਅੰਦਰੋਂ ਚੰਗੀਆਂ ਵਾਈਬ੍ਰੇਸ਼ਨਸ ਕੱਢਦੇ ਹੋ ਤੇ ਉਹ ਵਾਈਬ੍ਰੇਸ਼ਨ ਵੀ ਕੁਦਰਤ ਰਿਸੀਵ ਕਰਦੀ ਹੈ। ਤੁਹਾਡੀਆਂ ਵਾਈਬ੍ਰੇਸ਼ਨਸ ਵਿੱਚ ਜਿੰਨੀ ਤੇਜ਼ ਗਤੀ ਹੋਵੇਗੀ ਅਤੇ ਜਿੰਨੀ ਗਹਿਰਾਈ ਤੋਂ ਨਿਕਲੀ ਹੋਵੇਗੀ, ਕੁਦਰਤ ਓਨਾ ਹੀ ਜਲਦੀ ਉਸ ਦਾ ਰਿਜ਼ਲਟ ਪੇਸ਼ ਕਰਦੀ ਹੈ। ਤੁਸੀਂ ਜਿਸ ਦੇ ਵੀ ਬਾਰੇ ਚੰਗਾ ਸੋਚਦੇ ਹੋ ਜਾਂ ਚੰਗੀ ਵਾਈਬ੍ਰੇਸ਼ਨਸ ਕੱਢਦੇ ਹੋ, ਕੁਦਰਤ ਆਪਣੇ ਸਮੇਂ ਅਨੁਸਾਰ ਇੱਕ ਤੈਅ ਵਕਤ ਉੱਤੇ ਇਨਾਮ ਦੇ ਤੌਰ ਤੇ ਉਸ ਮਨੁੱਖ ਤੱਕ ਪਹੁੰਚਾ ਦਿੰਦੀ ਹੈ ਜਿਸ ਦੇ ਲਈ ਤੁਸੀਂ ਇਹ ਵਾਈਬ੍ਰੇਸ਼ਨਸ ਕੱਢੀਆਂ ਸੀ। ਕੁਦਰਤ ਦੇ ਇਸ ਪੈਟਰਨ ਨਾਲ ਦੁਆਵਾਂ ਅਤੇ ਬਦਦੁਆਵਾਂ ਕੰਮ ਕਰਦੀਆਂ ਹਨ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਬਦਦੁਆਵਾਂ ਅਤੇ ਦੁਆਵਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਅਸਰ ਕੀ ਪੈਂਦਾ ਹੈ? ਕਿ ਤੁਹਾਡੇ ਵੱਲੋਂ ਕੱਢੀਆਂ ਗਈਆਂ ਵਾਈਬ੍ਰੇਸ਼ਨਸ ਵਾਪਸ ਤੁਹਾਨੂੰ ਮਿਲਦੀਆਂ ਹਨ? ਸੰਗਤ ਜੀ, ਕੁਦਰਤ ਇੱਕ ਬਹੁਤ ਔਖਾ ਗਿਆਨ ਹੈ। ਇਸ ਦੇ ਰਹੱਸਾਂ ਨੂੰ ਸਮਝਣਾ ਇੰਨਾ ਸੌਖਾ ਵੀ ਨਹੀਂ ਹੈ ਅਤੇ ਕੁਦਰਤ ਆਪਣੇ ਨਿਯਮ ਕਾਨੂੰਨਾਂ ਨੂੰ ਕਿਸੇ ਲਈ ਕਦੇ ਵੀ ਬਦਲਦੀ ਵੀ ਨਹੀਂ। ਉਸ ਦੇ ਲਈ ਸਭ ਬਰਾਬਰ ਹਨ। ਇਸ ਲਈ ਜਦੋਂ ਤੁਹਾਡੇ ਅੰਦਰੋਂ ਕਿਸੇ ਲਈ ਦੁਆਵਾਂ ਅਤੇ ਬਦਦੁਆਵਾਂ ਨਿਕਲਦੀਆਂ ਹਨ, ਫਿਰ ਉਹ ਵਾਈਬ੍ਰੇਸ਼ਨਸ ਤੁਸੀਂ ਜਿਸ ਲਈ ਵੀ ਕੱਢੀਆਂ ਹਨ ਉਸ ਤੱਕ ਉਹ ਇੱਕ ਪੱਕੇ ਸਮੇਂ ਤੇ ਪਹੁੰਚਣਗੀਆਂ ਹੀ ਪਹੁੰਚਣਗੀਆਂ, ਪਰ ਉਹ ਮੁੜ ਕੇ ਤੁਹਾਡੇ ਕੋਲ ਵੀ ਵਾਪਸ ਆਉਣਗੀਆਂ। ਠੀਕ ਉਸੇ ਤਰ੍ਹਾਂ ਜਿਵੇਂ ਤੁਸੀਂ ਇੱਕ ਬਾਲ ਨੂੰ ਕੰਧ ਤੇ ਜ਼ੋਰ ਨਾਲ ਮਾਰਦੇ ਹੋ ਤਾਂ ਤੁਹਾਡੇ ਵੱਲੋਂ ਚੁਣਿਆ ਗਿਆ ਉਹ ਟਾਰਗੇਟ ਇੱਕ ਕੰਧ ਹੈ। ਫਿਰ ਬਾਲ ਕੰਧ ਵੱਲ ਜਾਂਦੀ ਹੈ, ਆਪਣੇ ਟਾਰਗੇਟ ਨੂੰ ਟੱਚ ਕਰਦੀ ਹੈ ਜਿਹਨੂੰ ਤੁਸੀਂ ਚੁਣਿਆ ਸੀ, ਫਿਰ ਉਸ ਨੂੰ ਟੱਚ ਕਰਕੇ ਤੁਹਾਡੇ ਵੱਲ ਹੀ ਵਾਪਸ ਆਉਂਦੀ ਹੈ। ਤੁਹਾਡੇ ਵੱਲੋਂ ਭੇਜੀ ਗਈ ਹਰ ਦੁਆ ਅਤੇ ਬਦਦੁਆ ਇੱਕ ਸਮੇਂ ਵਿੱਚ ਤੁਹਾਡੇ ਕੋਲ ਵਾਪਸ ਮੁੜ ਕੇ ਜ਼ਰੂਰ ਆਵੇਗੀ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਲਈ ਨੈਗੇਟਿਵ ਸੋਚਦੇ ਹੋ ਫਿਰ ਉਹ ਨੈਗੇਟਿਵ ਤਰੰਗਾਂ ਉਸ ਮਨੁੱਖ ਕੋਲ ਜਾ ਕੇ ਸੱਟ ਮਾਰਦੀਆਂ ਹਨ। ਹੁਣ ਜਰਾ ਇਹ ਸੋਚੋ, ਜਿਸ ਮਨੁੱਖ ਨੂੰ ਤਕਲੀਫ ਹੋਈ ਹੈ ਉਸ ਮਨੁੱਖ ਦੇ ਮਨ ਵਿੱਚੋਂ ਕੀ ਨਿਕਲੇਗਾ? ਦਿਲੋਂ ਦੁਖੀ ਅਤੇ ਤੜਫਦਾ ਮਨੁੱਖ ਉਹ ਜ਼ਰੂਰ ਤੁਹਾਨੂੰ ਹੀ ਕੋਸੇਗਾ, ਤੁਹਾਡੇ ਲਈ ਵੀ ਬਦਦੁਆ ਕੱਢੇਗਾ। ਜੇਕਰ ਉਸ ਨੂੰ ਕੋਈ ਕਾਰਨ ਨਹੀਂ ਪਤਾ ਲੱਗੇਗਾ ਤਾਂ ਉਹ ਪਰਮਾਤਮਾ ਨੂੰ ਕੋਸੇਗਾ। ਪਰ ਇਹ ਯਾਦ ਰੱਖਿਓ, ਉਹ ਮਨੁੱਖ ਕਾਰਨ ਨਹੀਂ ਜਾਣਦਾ ਹੈ ਕਿ ਮੇਰੇ ਲਈ ਕਿਸ ਨੇ ਗਲਤ ਸੋਚਿਆ, ਬਦਦੁਆ ਕਿਸ ਨੇ ਦਿੱਤੀ, ਜੋ ਮੇਰੇ ਜੀਵਨ ਵਿੱਚ ਇਹ ਸਭ ਗਲਤ ਹੋ ਰਿਹਾ ਹੈ। ਪਰ ਇਸ ਦੁੱਖ ਦੀ ਪੀੜ ਵਿੱਚ ਉਹ ਜੋ ਵੀ ਵਾਈਬ੍ਰੇਸ਼ਨਸ ਕੱਢੇਗਾ ਉਹ ਸਭ ਵਾਈਬ੍ਰੇਸ਼ਨਸ ਕੁਦਰਤ ਆਪਣੇ ਵੱਲ ਰਿਸੀਵ ਕਰ ਲੈਂਦੀ ਹੈ। ਤੁਹਾਨੂੰ ਮਨੁੱਖ ਹੁੰਦਿਆਂ ਭਾਵੇਂ ਪਤਾ ਨਾ ਹੋਵੇ, ਪਰ ਕੁਦਰਤ ਜਾਣਦੀ ਹੁੰਦੀ ਹੈ ਕਿ ਕਿਹੜੀ ਵਾਈਬ੍ਰੇਸ਼ਨਸ ਕਿੱਧਰੋਂ ਆਈ ਹੈ, ਕਿਸ ਲਈ ਆਈ ਹੈ। ਇਸ ਲਈ ਕੁਦਰਤ ਆਪਣਾ ਸਹੀ ਹਿਸਾਬ ਕਿਤਾਬ ਕਰਕੇ ਉਸ ਨੂੰ ਉੱਥੋਂ ਤੱਕ ਪਹੁੰਚਾ ਹੀ ਦਿੰਦੀ ਹੈ। ਸੰਗਤ ਜੀ, ਕੁਦਰਤ ਆਪਣੇ ਨਿਯਮਾਂ ਕਾਨੂੰਨਾਂ ਵਿੱਚ ਕੋਈ ਵੀ ਵਿਤਕਰਾ ਨਹੀਂ ਕਰਦੀ। ਇਹ ਇੱਕ ਪੈਟਰਨ ਨਾਲ ਚੱਲਦੀ ਹੈ। ਠੀਕ ਉੱਦਾਂ ਹੀ ਜਿਸ ਤਰ੍ਹਾਂ ਮੋਬਾਈਲ ਦੇ ਟਾਵਰ ਕੰਮ ਕਰਦੇ ਹਨ, ਸਿਗਨਲ ਰਿਸੀਵ ਕਰਕੇ ਤੁਹਾਡੀ ਗੱਲ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਭੇਜਣਾ, ਬਸ ਕੁਝ ਇਸੇ ਤਰ੍ਹਾਂ ਦੇ ਹੀ ਕੁਦਰਤ ਦੇ ਨਿਯਮ ਹਨ। ਪਰ ਮਨੁੱਖ ਇੱਕ ਸਮੇਂ ਤੱਕ ਆ ਕੇ ਇਹ ਭੁੱਲ ਜਾਂਦਾ ਹੈ ਕਿ ਉਸਨੇ ਕਿਸ ਦੇ ਲਈ ਬਦਦੁਆ ਦਿੱਤੀ। ਪਰ ਕੁਦਰਤ ਯਾਦ ਰੱਖਦੀ ਹੈ ਕਿ ਤੁਸੀਂ ਕਿਸ ਦੇ ਲਈ ਬਦਦੁਆ ਦਿੱਤੀ ਅਤੇ ਉਸ ਦਾ ਨਤੀਜਾ ਉਸ ਮਨੁੱਖ ਨੂੰ ਕਦੋਂ ਤੱਕ ਮਿਲ ਜਾਣਾ ਹੈ। ਅਤੇ ਉਸ ਨਤੀਜੇ ਤੋਂ ਬਾਅਦ ਜਦੋਂ ਉਸ ਮਨੁੱਖ ਦੇ ਹਿਰਦੇ ਵਿੱਚੋਂ ਵਾਈਬ੍ਰੇਸ਼ਨਸ ਨਿਕਲਣਗੀਆਂ ਤੇ ਉਸ ਦਾ ਨਤੀਜਾ ਵਾਪਸ ਤੁਹਾਨੂੰ ਕਦੋਂ ਤੱਕ ਮਿਲ ਜਾਣਾ ਚਾਹੀਦਾ ਹੈ, ਇਹ ਸਭ ਆਟੋ ਜਨਰੇਟਿਡ ਸਿਸਟਮ ਹੈ। ਇਹ ਤੁਹਾਡੇ ਹੱਥ ਵਿੱਚ ਨਹੀਂ ਹੈ। ਇਹ ਇੱਕ ਤਰ੍ਹਾਂ ਦਾ ਚੱਕਰ ਹੈ, ਇੱਕ ਬੰਧਨ ਹੈ, ਇੱਕ ਸਾਈਕਲ ਹੈ।
ਹੁਣ ਸਵਾਲ ਇਹ ਆਉਂਦਾ ਹੈ ਕਿ ਇਸ ਕੁਦਰਤ ਦੇ ਬੰਧਨ ਵਿੱਚ ਮੁਕਤ ਕਿੱਦਾਂ ਹੋਈਏ। ਸੰਗਤ ਜੀ, ਇਸ ਬੰਧਨ ਤੋਂ ਮੁਕਤ ਹੋਣ ਲਈ ਤੁਹਾਨੂੰ ਪਰਮਾਤਮਾ ਦੇ ਨਾਲ ਹੀ ਜੁੜਨਾ ਪਵੇਗਾ। ਮਤਲਬ ਜਦੋਂ ਤੱਕ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਜਾਵੋਗੇ, ਉਦੋਂ ਤੱਕ ਇਸ ਚੱਕਰ ਵਿੱਚੋਂ ਮੁਕਤ ਨਹੀਂ ਹੋ ਸਕਦੇ। ਕਿਉਂਕਿ ਜਿੱਦਾਂ ਹੀ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹੋ, ਉਦੋਂ ਤੁਸੀਂ ਇਸ ਕੁਦਰਤ ਤੋਂ ਮੁਕਤ ਹੋ ਜਾਂਦੇ ਹੋ, ਇਸ ਦੇ ਨਿਯਮਾਂ ਕਾਨੂੰਨਾਂ ਤੋਂ ਪਾਰ ਚਲੇ ਜਾਂਦੇ ਹੋ। ਪਰਮਾਤਮਾ ਦੀ ਸ਼ਰਨ ਵਿੱਚ ਜਾਣ ਤੋਂ ਬਾਅਦ ਤੁਸੀਂ ਇਸ ਕੁਦਰਤ ਦੇ ਲਈ ਗਵਾਚ ਜਾਂਦੇ ਹੋ। ਮਤਲਬ ਹੁਣ ਜੇਕਰ ਕੁਦਰਤ ਸਿਗਨਲ ਲੱਭੇਗੀ, ਉਹਨੂੰ ਉਹ ਸਿਗਨਲ ਨਹੀਂ ਮਿਲਣਗੇ। ਉਹਨੂੰ ਇਹ ਸਿਗਨਲ ਨਹੀਂ ਮਿਲਣਗੇ ਕਿਉਂਕਿ ਉਸ ਸਰਬ ਉੱਚੀ ਊਰਜਾ ਦੇ ਵਿੱਚ ਜਾਣ ਦੇ ਬਾਅਦ ਤੁਸੀਂ ਕਰਮ ਕਰਨ ਵਾਲੇ ਨਹੀਂ ਰਹਿ ਜਾਂਦੇ, ਕਿਉਂਕਿ ਹੁਣ ਕਰਮ ਕਰਨ ਵਾਲਾ ਪਰਮਾਤਮਾ ਖੁਦ ਆਪ ਹੀ ਹੋ ਜਾਂਦਾ ਹੈ ਤੇ ਜ਼ਰੀਆ ਤੁਸੀਂ ਹੁੰਦੇ ਹੋ। ਫਿਰ ਪਰਮਾਤਮਾ ਦੇ ਕੰਮਾਂ ਵਿੱਚ ਕੁਦਰਤ ਕਦੀ ਵੀ ਇੰਟਰਫੇਅਰ ਦਖਲ ਨਹੀਂ ਦਿੰਦੀ, ਕਿਉਂਕਿ ਇਹ ਸਰਬੱਤ ਕੁਦਰਤ ਵੀ ਉਸ ਵਾਹਿਗੁਰੂ ਪਰਮਾਤਮਾ ਅੱਗੇ ਨਤਮਸਤਕ ਹੈ, ਲਾਚਾਰ ਹੈ, ਹੈਲਪਲੈਸ ਹੈ। ਇਸੇ ਲਈ ਤੁਸੀਂ ਦੇਖਿਆ, ਪੜ੍ਹਿਆ ਅਤੇ ਸੁਣਿਆ ਹੋਵੇਗਾ ਕਿ ਕੁਝ ਮਹਾਨ ਤਪਸਵੀ ਮਹਾਂਪੁਰਖ ਕੁਦਰਤ ਦੇ ਕਾਨੂੰਨਾਂ ਨੂੰ ਤੋੜਦੇ ਵੀ ਵੇਖੇ ਗਏ ਹਨ। ਜਿਸ ਤਰ੍ਹਾਂ ਆਪਣੇ ਸਰੀਰ ਦੀ ਉਮਰ ਵਧਾ ਲੈਣਾ, ਇੱਕਦਮ ਹੀ ਗਾਇਬ ਹੋ ਜਾਣਾ, ਆਪਣੀ ਇਸ ਫਿਜ਼ੀਕਲ ਬੋਡੀ ਵਿੱਚੋਂ ਨਿਕਲ ਕੇ ਯਾਤਰਾਵਾਂ ਕਰਨਾ। ਇਸ ਫਿਜ਼ੀਕਲ ਵਰਲਡ ਵਿੱਚ ਗ੍ਰੈਵਿਟੀ ਸਭ ਲਈ ਬਰਾਬਰ ਕੰਮ ਕਰਦੀ ਹੈ, ਪਰ ਇੱਕ ਪੂਰਨ ਮਹਾਂਪੁਰਖ ਉਸ ਨੂੰ ਵੀ ਚੁਣੌਤੀ ਦੇ ਦਿੰਦੇ ਹਨ। ਕਈ ਯੋਗੀ ਤਪਸਵੀ ਅਤੇ ਮਹਾਂਪੁਰਖ ਕੁਦਰਤ ਦੀ ਮਰਜ਼ੀ ਨਾਲ ਨਹੀਂ, ਬਲਕਿ ਆਪਣੀ ਮਰਜ਼ੀ ਨਾਲ ਸਰੀਰ ਛੱਡ ਦਿੰਦੇ ਹਨ। ਅਸਲ ਵਿੱਚ ਇਹੋ ਜਿਹੇ ਤਪਸਵੀ ਆਪ ਕੁਝ ਨਹੀਂ ਕਰਦੇ, ਬਲਕਿ ਪਰਮਾਤਮਾ ਵੱਲੋਂ ਚਲਾਏ ਜਾ ਰਹੇ ਹੁੰਦੇ ਹਨ ਅਤੇ ਉਹਨਾਂ ਵੱਲੋਂ ਜੋ ਵੀ ਕਰਮ ਹੁੰਦੇ ਹਨ, ਉਹਨਾਂ ਕਰਮਾਂ ਦਾ ਕਿਤੇ ਨਾ ਕਿਤੇ ਨਤੀਜਾ ਤੇ ਹੋਣਾ ਹੀ ਚਾਹੀਦਾ ਹੈ। ਫਿਰ ਇਹ ਕੁਦਰਤ ਉਹਨਾਂ ਦੇ ਕਰਮਾਂ ਦਾ ਫਲ ਦੇਣ ਲਈ ਤੁਹਾਨੂੰ ਕਿੰਨਾ ਵੀ ਲੱਭ ਲਵੇ, ਫਿਰ ਵੀ ਉਹ ਉਹਨੂੰ ਨਹੀਂ ਮਿਲਦੇ, ਕਿਉਂਕਿ ਉਸ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਤੋਂ ਬਾਅਦ ਤੁਹਾਡੇ ਵੱਲੋਂ ਕੋਈ ਕੰਮ ਇਹੋ ਜਿਹਾ ਹੋਵੇਗਾ ਹੀ ਨਹੀਂ ਜੋ ਕੁਦਰਤ ਜਾਂ ਪਰਮਾਤਮਾ ਦੇ ਖਿਲਾਫ ਹੋਵੇ। ਕਿਉਂਕਿ ਅਸੀਂ ਕਹਿ ਹੀ ਰਹੇ ਹਾਂ, ਤੁਸੀਂ ਕਰਮ ਕਰਨ ਵਾਲੇ ਰਹਿੰਦੇ ਹੀ ਨਹੀਂ ਹੋ। ਜਦੋਂ ਤੁਸੀਂ ਹੋ ਹੀ ਨਹੀਂ ਤੇ ਫਿਰ ਬਚਿਆ ਕੌਣ? ਸਿਰਫ ਪਰਮਾਤਮਾ। ਫਿਰ ਪਰਮਾਤਮਾ ਦੀ ਸ਼ਰਨ ਵਿੱਚ ਜਾਣ ਤੋਂ ਬਾਅਦ ਰਸਤਾ ਇੰਨਾ ਵੀ ਮੁਸ਼ਕਿਲ ਨਹੀਂ ਰਹਿ ਜਾਂਦਾ, ਕਿਉਂਕਿ ਜਿੱਦਾਂ ਹੀ ਤੁਸੀਂ ਪਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਹੋ, ਸਭ ਤੋਂ ਪਹਿਲਾਂ ਇਹ ਕੁਦਰਤ ਤੁਹਾਡੇ ਲਈ ਰਸਤਾ ਲੱਭਣ ਲੱਗ ਜਾਂਦੀ ਹੈ, ਤੁਹਾਨੂੰ ਸਹਿਜ ਬਣਾ ਦਿੰਦੀ ਹੈ। ਤੇ ਜਿੱਦਾਂ ਹੀ ਤੁਸੀਂ ਆਪਣੇ ਸਹਿਜ ਸੁਭਾਅ ਵਿੱਚ ਆ ਜਾਂਦੇ ਹੋ, ਫਿਰ ਤੁਹਾਡਾ ਪੂਰਾ ਸਿਸਟਮ ਚੇਂਜ ਹੋ ਜਾਂਦਾ ਹੈ। ਮਤਲਬ ਤੁਹਾਡਾ ਮਾਨਸਿਕ ਬਦਲਾਵ ਹੋ ਜਾਂਦਾ ਹੈ। ਤੁਹਾਡੇ ਗਹਿਰੇ ਅੰਤਰ ਮਨ ਵਿੱਚ ਜਿੱਥੇ ਤੁਹਾਡਾ ਕ੍ਰੋਧ ਪੈਦਾ ਹੁੰਦਾ ਸੀ, ਕਿਸੇ ਲਈ ਦੁਆਵਾਂ ਜਾਂ ਬਦਦੁਆਵਾਂ ਨਿਕਲਦੀਆਂ ਸੀ, ਉਹ ਸਿਸਟਮ ਹੀ ਕੱਢ ਦਿੱਤਾ ਜਾਂਦਾ ਹੈ। ਕਿਉਂਕਿ ਤੁਹਾਡੇ ਅੰਦਰ ਜਿੰਨੇ ਵੀ ਕਰਮ ਕਰਨ ਵਾਲੇ ਹੁੰਦੇ ਹਨ, ਜਿਸ ਵਿੱਚ ਤੁਸੀਂ ਆਪਣੇ ਉੱਪਰਲੇ ਕਰਤਾ ਨੂੰ ਜਾਣਦੇ ਹੋਵੋਗੇ, ਜਿਸ ਨੂੰ ਤੁਸੀਂ ਮੈਂ ਕਹਿੰਦੇ ਸੀ, ਇਸੇ ਤਰ੍ਹਾਂ ਤੁਹਾਡੇ ਹੋਰ ਵੀ ਕਈ ਕਰਮ ਕਰਨ ਵਾਲੇ ਹਨ। ਤੁਹਾਡਾ ਹੰਕਾਰ ਜੋ ਵਿਖਾਈ ਦਿੰਦਾ ਹੈ ਅਤੇ ਇਹੋ ਜਿਹੇ ਹੋਰ ਅਹੰਕਾਰ ਬਹੁਤ ਸੂਖਮ ਵੀ ਹਨ। ਪਰਮਾਤਮਾ ਇਹ ਸਭ ਕੁਝ ਨਸ਼ਟ ਕਰ ਦਿੰਦਾ ਹੈ ਤੇ ਜਦ ਫਿਰ ਤੁਹਾਡਾ ਦੁਨਿਆਵੀ ਅਤੇ ਮਾਨਸਿਕ ਸਿਸਟਮ ਖਤਮ ਹੋ ਜਾਂਦਾ ਹੈ, ਉਦੋਂ ਤੁਸੀਂ ਦੁਨੀਆ ਦੀਆਂ ਸਭ ਵਾਸ਼ਨਾਵਾਂ ਤੋਂ ਦੂਰ ਹੋ ਜਾਂਦੇ ਹੋ। ਤੁਸੀਂ ਕਿਸੇ ਬੰਧਨ ਜਾਂ ਚੱਕਰ ਵਿੱਚ ਨਹੀਂ ਹੁੰਦੇ। ਪਰਮਾਤਮਾ ਦੀ ਸ਼ਰਨ ਦਾ ਮਤਲਬ ਇਹੀ ਹੈ ਕਿ ਤੁਸੀਂ ਸਭ ਬੰਧਨਾਂ ਅਤੇ ਚੱਕਰਾਂ ਤੋਂ ਦੂਰ ਹੋ ਜਾਂਦੇ ਹੋ। ਹੁਣ ਸਵਾਲ ਇਹ ਆਉਂਦਾ ਹੈ ਕਿ ਜੋ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਹੈ, ਜੇਕਰ ਉਸਨੂੰ ਦੁਆ ਜਾਂ ਬਦਦੁਆ ਦਿੱਤੀ ਜਾਂਦੀ ਹੈ, ਉਦੋਂ ਉਹ ਕੁਦਰਤ ਕੀ ਕਰਦੀ ਹੈ? ਸੰਗਤ ਜੀ, ਜੇਕਰ ਪਰਮਾਤਮਾ ਦੇ ਨੇੜੇ ਆਏ ਮਨੁੱਖ ਲਈ ਕੋਈ ਨੈਗੇਟਿਵ ਵਾਈਬ੍ਰੇਸ਼ਨਸ ਕੱਢਦਾ ਹੈ, ਦੁਆ ਜਾਂ ਬਦਦੁਆ ਦਿੰਦਾ ਹੈ, ਇਸ ਵਿੱਚ ਕੁਦਰਤ ਉਸ ਦੇ ਸਾਰੇ ਸਿਗਨਲ ਰਿਸੀਵ ਕਰੇਗੀ ਤੇ ਉਹ ਉਸ ਨੂੰ ਹੀ ਵਾਪਸ ਕਰ ਦਿੱਤੇ ਜਾਣਗੇ। ਉਹ ਮਨੁੱਖ ਜੋ ਪਰਮਾਤਮਾ ਦੀ ਸ਼ਰਨ ਵਿੱਚ ਹੁੰਦਾ ਹੈ, ਹੁਣ ਉਹ ਦੁਆਵਾਂ ਅਤੇ ਬਦਦੁਆਵਾਂ ਤੋਂ ਮੁਕਤ ਹੈ, ਕਿਉਂਕਿ ਨਾ ਹੀ ਉਸ ਨੂੰ ਖੁਸ਼ੀ ਪ੍ਰਭਾਵਿਤ ਕਰਦੀ ਹੈ ਤੇ ਨਾ ਹੀ ਕੋਈ ਦੁੱਖ। ਉਹ ਦੋਵਾਂ ਦੇ ਵਿਚਕਾਰ ਹੈ। ਇਹੋ ਜਿਹੇ ਮਨੁੱਖ ਵਿੱਚ ਕੁਝ ਵੀ ਜੇ ਸੁੱਟਿਆ ਜਾਏਗਾ ਤਾਂ ਕੁਦਰਤ ਇਸ ਨੂੰ ਵਿਚਕਾਰੋਂ ਹੀ ਫੜ ਕੇ ਉਸੇ ਵੱਲ ਸੁੱਟ ਦੇਵੇਗੀ ਜਿਸ ਨੇ ਉਸ ਵਾਈਬ੍ਰੇਸ਼ਨਸ ਨੂੰ ਸੁੱਟਿਆ ਸੀ। ਐਦਾਂ ਹੀ ਤੁਸੀਂ ਦੇਖਿਆ ਹੋਵੇਗਾ, ਕਿਸੇ ਭੋਲੇ ਭਾਲੇ ਮਨੁੱਖ ਨੂੰ ਕੋਈ ਪਰੇਸ਼ਾਨ ਕਰਦਾ ਹੈ ਤਾਂ ਕੁਦਰਤ ਉਸ ਨੂੰ ਉਸੇ ਵੇਲੇ ਸਜ਼ਾ ਦਿੰਦੀ ਹੈ। ਸੰਗਤ ਜੀ, ਫਿਜ਼ੀਕਲ ਵਰਲਡ ਦੀਆਂ ਸਭ ਪ੍ਰੋਬਲਮਸ ਜਾਂ ਸਾਡਾ ਇਹ ਫਿਜ਼ੀਕਲ ਸਿਸਟਮ, ਤੁਸੀਂ ਇਸ ਦੇ ਬਾਰੇ ਸਮਝ ਸਕਦੇ ਹੋ। ਅੱਜ ਅਸੀਂ ਮੈਡੀਕਲ ਸਾਇੰਸ ਅਤੇ ਟੈਕਨੋਲੋਜੀ ਵਿੱਚ ਬਹੁਤ ਅੱਗੇ ਨਿਕਲ ਆਏ ਹਾਂ। ਅਸੀਂ ਦੁਨੀਆ ਦੀਆਂ ਬਾਹਰੀ ਸਭ ਵਸਤੂਆਂ ਨੂੰ ਹਾਸਲ ਕਰ ਸਕਦੇ ਹਾਂ, ਦੁਨੀਆ ਦੇ ਔਖੇ ਤੋਂ ਔਖੇ ਕੰਮ ਕਰ ਸਕਦੇ ਹਾਂ, ਪਰ ਕੁਦਰਤ ਵੱਲੋਂ ਬਣਾਇਆ ਗਿਆ ਇਹ ਸਿਸਟਮ ਅਤੇ ਮਨੁੱਖ ਦਾ ਅੰਦਰੂਨੀ ਰਹੱਸਮਈ ਵਿਗਿਆਨ, ਇਸ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਜਿੱਦਾਂ ਇੱਕ ਬੰਧਨ ਹੈ ਜਨਮ ਤੇ ਮਰਨ ਦਾ, ਸਾਇੰਸ ਅਤੇ ਵਿਗਿਆਨ ਦੀ ਮਦਦ ਨਾਲ ਇਸ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ। ਕਰਮਾਂ ਦੇ ਚੱਕਰ ਇਸ ਨੂੰ ਵੀ ਵਿਗਿਆਨ ਨਾਲ ਨਹੀਂ ਤੋੜ ਸਕਦੇ, ਕਿਉਂਕਿ ਤੁਸੀਂ ਇਹਨਾਂ ਬੰਧਨਾਂ ਨੂੰ ਤੋੜਨ ਲਈ ਨਵੇਂ ਹੋਰ ਕਰਮ ਕਰਦੇ ਹੋ, ਮਤਲਬ ਹੋਰ ਨਵੇਂ ਬੰਧਨ ਬਣਾ ਲੈਂਦੇ ਹੋ। ਇਹਨਾਂ ਸਭ ਤੋਂ ਮੁਕਤ ਹੋਣ ਦਾ ਇੱਕੋ ਹੀ ਰਸਤਾ ਹੈ, ਪਰਮਾਤਮਾ ਦੀ ਸ਼ਰਨ। ਅਤੇ ਪਰਮਾਤਮਾ ਦੀ ਸ਼ਰਨ ਵਿੱਚ ਜਾਣ ਲਈ ਬਹੁਤ ਸਾਰੇ ਰਸਤੇ ਹਨ, ਜੋ ਅਸੀਂ ਆਪਣੀ ਵੀਡੀਓ ਰਾਹੀਂ ਤੁਹਾਨੂੰ ਦੱਸਦੇ ਹੀ ਰਹਿੰਦੇ ਹਾਂ।
ਇਸ ਲਈ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ, ਕੋਈ ਗੁਰੂ ਲੱਭਣ ਦੀ ਲੋੜ ਨਹੀਂ ਹੈ। ਗੁਰੂ ਬਣਾਉਣੇ ਵੀ ਬੰਧਨ ਹੀ ਹੈ। ਇਸ ਦੁਨੀਆ ਵਿੱਚ ਜੇ ਤੁਸੀਂ ਕੋਈ ਦੇਹਧਾਰੀ ਨੂੰ ਗੁਰੂ ਬਣਾਓਗੇ ਤਾਂ ਬਾਅਦ ਵਿੱਚ ਉਹ ਤੁਹਾਡੇ ਦੁੱਖ ਦਾ ਕਾਰਨ ਵੀ ਬਣ ਸਕਦਾ ਹੈ। ਇਸ ਬਾਰੇ ਕਿਸੇ ਹੋਰ ਵੀਡੀਓ ਵਿੱਚ ਆਪ ਜੀ ਨਾਲ ਵਿਚਾਰ ਕਰਾਂਗੇ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।